ਗੁੱਡ ਮਾਰਨਿੰਗ ਸਟੂਡੈਂਟ। ਸਾਡਾ ਅੱਜ ਦਾ ਟੌਪਿਕ ਹੈ ਯੂਨਿਟਰੀ ਨੇਚਰ। ਕੀ ਹੈ, ਕੁਝ ਵਿਦਵਾਨ ਨੇ ਜੋ ਮੰਨਦੇ ਨੇ ਜੋ ਭਾਰਤੀ ਸੰਵਿਧਾਨ ਹੈ ਉਹ ਪੂਰਨ ਸੰਘੀ ਸੰਵਿਧਾਨ ਨਹੀਂ, ਅਤੇ ਕੁਝ ਵਿਦਵਾਨ ਕਹਿੰਦੇ ਨੇ ਕਿ ਇਸ ਦੇ ਵਿੱਚ ਸੰਘਾਤਮਕ ਰਾਜ ਨਹੀਂ, ਸਗੋਂ ਇਹ ਇੱਕ ਸੰਘ ਹੈ। ਕੇਂਦਰੀ ਸਰਕਾਰ ਸੰਪੂਰਨ ਸ਼ਕਤੀਆਂ ਵਾਲੀ ਸੰਘਾਤਮਕ ਸਰਕਾਰ ਨਹੀਂ ਹੈ। ਡਾਕਟਰ ਵੀਅਰ ਦੇ ਅਨੁਸਾਰ ਭਾਰਤੀ ਸੰਵਿਧਾਨ ਨੇ ਅਜਿਹੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਹੈ ਜੋ ਅਰਧ ਸੰਘਾਤਮਕ ਹੈ ਅਤੇ ਜੋ ਇਕਾਤਮਕ ਲੱਛਣਾਂ ਵਾਲਾ ਸੰਘਾਤਮਕ ਰਾਜ ਨਹੀਂ ਹੈ। ਇਕਾਤਮਕ ਵਿਸ਼ੇਸ਼ਤਾਵਾਂ: ਸ਼ਕਤੀਆਂ ਦੀ ਵੰਡ ਕੇਂਦਰ ਦੇ ਪੱਖ ਦੇ ਵਿੱਚ। ਸੰਵਿਧਾਨ ਦੇ ਵਿੱਚ ਸ਼ਕਤੀਆਂ ਦੀ ਵੰਡ ਹੈ ਉਹ ਹਰ ਪੱਖ ਤੋਂ ਕੇਂਦਰ ਦੇ ਪੱਖ ਦੇ ਵਿੱਚ ਕੀਤੀ ਗਈ ਹੈ। ਰਾਜ ਸੂਚੀ ਦੇ ਮੁਕਾਬਲੇ ਸੰਘ ਸੂਚੀ ਦੇ ਵਿੱਚ ਨੇ ਜੋ ਵਿਸ਼ੇ ਵਧੇਰੀ ਮਹੱਤਤਾ ਵਾਲੇ ਨੇ। ਰਾਜ ਸੂਚੀ ਦੇ ਵਿੱਚ ਉਸ ਤੋਂ ਥੋੜ੍ਹਾ ਘੱਟ ਮਹੱਤਤਾ ਵਾਲੇ ਵਿਸ਼ੇ ਸ਼ਾਮਲ ਕੀਤੇ ਗਏ ਨੇ। ਸਾਂਝੀ ਸੂਚੀ ਦੇ ਵਿੱਚ ਨੇ ਜੋ ਕੇਂਦਰ ਦੇ ਕੰਟਰੋਲ ਤੋਂ ਬਾਹਰ ਨੇ, ਵਿਸ਼ੇ ਨਹੀਂ ਹੁੰਦੇ। ਭਾਵ ਕੀ ਹੈ, ਦੋਵੇਂ ਕੇਂਦਰ ਅਤੇ ਰਾਜ ਸਰਕਾਰਾਂ ਉਹਨਾਂ ਵਿਸ਼ਿਆਂ 'ਤੇ ਕਾਨੂੰਨ ਬਣਾ ਸਕਦੀਆਂ ਨੇ, ਪਰ ਜੇਕਰ ਰਾਜ ਸਰਕਾਰ ਦੁਆਰਾ ਬਣਾਇਆ ਕਾਨੂੰਨ ਕੇਂਦਰੀ ਕਾਨੂੰਨ ਦੀ ਵਿਰੋਧਤਾ ਕਰਦਾ ਹੈ ਤਾਂ ਰਾਜ ਵਿਧਾਨ ਮੰਡਲ ਦੁਆਰਾ ਬਣਾਇਆ ਕਾਨੂੰਨ ਉਸ ਹੱਦ ਤੱਕ ਰੱਦ ਕਰ ਦਿੱਤਾ ਜਾਵੇਗਾ ਜਿਸ ਹੱਦ ਤੱਕ ਉਹ ਕੇਂਦਰੀ ਸਰਕਾਰ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੈ, ਅਤੇ ਕੇਂਦਰ ਦਾ ਕਾਨੂੰਨ ਲਾਗੂ ਕੀਤਾ ਜਾਵੇਗਾ। ਸ਼ਕਤੀਆਂ ਦੀ ਇਹ ਵੰਡ ਹਰ ਪੱਖ ਤੋਂ ਕੇਂਦਰ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਂਦਾ ਹੈ, ਜਿਸ ਕਰਕੇ ਇਕਾਤਮਕ ਸਰਕਾਰ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਨੈਕਸਟ ਪੁਆਇੰਟ ਹੈ ਰਾਜ ਸੂਚੀ ਵਿੱਚ ਕੇਂਦਰ ਦਾ ਦਖਲ। ਰਾਜ ਸੂਚੀ ਦੇ ਵਿੱਚ ਜੋ ਵਿਸ਼ੇ ਅੰਕਿਤ ਕੀਤੇ ਗਏ ਨੇ, ਜਿਵੇਂ ਕਿ ਖੇਤੀਬਾੜੀ, ਸਿਹਤ ਸੰਬੰਧੀ, ਸੜਕਾਂ, ਪੁਲਿਸ, ਇਹ ਸਾਰੇ ਪ੍ਰਾਂਤਕ ਮਹੱਤਤਾ ਵਾਲੇ ਵਿਸ਼ੇ ਸ਼ਾਮਲ ਨੇ। ਇਹ ਸੂਚੀ ਦੇ ਵਿੱਚ ਅੰਕਿਤ ਵਿਸ਼ੇ ਨੇ ਉਹ ਆਮ ਸਥਿਤੀਆਂ ਦੇ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜੋ ਉਹ ਰਾਜ ਵਿਧਾਨ ਮੰਡਲ ਨੂੰ ਸੌਂਪਿਆ ਗਿਆ ਹੈ। ਪਰ ਕੁਝ ਹਾਲਤਾਂ ਦੇ ਵਿੱਚ, ਸਥਿਤੀਆਂ ਦੇ ਵਿੱਚ, ਜਿਨ੍ਹਾਂ ਦੇ ਕਾਰਨ ਹੈ ਜੋ ਕੇਂਦਰੀ ਸੰਸਦ ਨੂੰ ਰਾਜ ਸੂਚੀ ਦੇ ਵਿੱਚ ਅੰਕਿਤ ਵਿਸ਼ੇ ਨੇ ਉਹਨਾਂ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ, ਜਿਵੇਂ ਕਿ ਦੇਸ਼ ਦੇ ਵਿੱਚ ਐਮਰਜੈਂਸੀ ਸਥਿਤੀ ਹੈ ਜੋ ਲਾਗੂ ਹੋ ਜਾਵੇ, ਜਾਂ ਸੰਵਿਧਾਨਕ ਮਸ਼ੀਨਰੀ ਦੀ ਸਫਲਤਾ ਦੇ ਹਾਲਾਤਾਂ ਦੇ ਵਿੱਚ, ਜਾਂ ਰਾਜਾਂ ਦੀ ਬੇਨਤੀ ਕਰਨ 'ਤੇ ਅੰਤਰਰਾਸ਼ਟਰੀ ਸਮਝੌਤਿਆਂ ਨੂੰ ਲਾਗੂ ਕਰਨ ਸੰਬੰਧੀ ਵੀ। ਇਹ ਭਾਰਤੀ ਸਰਕਾਰ ਵੱਲੋਂ ਕੀਤੇ ਗਏ ਅੰਤਰਰਾਸ਼ਟਰੀ ਸਮਝੌਤਿਆਂ ਨੂੰ ਲਾਗੂ ਕਰਨ ਦੇ ਲਈ ਕੇਂਦਰੀ ਸੰਸਦ ਰਾਜ ਸੂਚੀ ਵਿੱਚ ਦਿੱਤੇ ਵਿਸ਼ੇ ਉੱਤੇ ਕਾਨੂੰਨ ਹੈ ਜੋ ਬਣਾ ਸਕਦੀ ਹੈ। ਨੈਕਸਟ ਪੁਆਇੰਟ ਹੈ ਸੰਸਦ ਕੋਲ ਨਵੇਂ ਰਾਜਾਂ ਦਾ ਨਿਰਮਾਣ ਕਰਨਾ, ਹੱਦਾਂ ਬਦਲਣਾ ਅਤੇ ਪੁਨਰਗਠਨ ਕਰਨ ਦਾ ਅਧਿਕਾਰ। ਭਾਰਤੀ ਸੰਵਿਧਾਨ ਦੇ ਵਿੱਚ ਸੰਸਦ ਨੂੰ ਨਵੇਂ ਰਾਜ ਸਥਾਪਿਤ ਕਰਨਾ, ਉਹਨਾਂ ਨੂੰ ਸੰਘ ਦੇ ਵਿੱਚ ਸ਼ਾਮਲ ਕਰਨ ਦਾ ਅਧਿਕਾਰ ਹੈ ਜੋ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਸੰਸਦ ਕਿਸੇ ਰਾਜ ਦਾ ਖੇਤਰ ਹੈ ਘਟਾ ਵਧਾ ਸਕਦੀ ਹੈ, ਕਿਸੇ ਰਾਜ ਦੀਆਂ ਸੀਮਾਵਾਂ ਨੇ ਜੋ ਬਦਲ ਸਕਦੀ ਹੈ, ਕਿਸੇ ਰਾਜ ਦਾ ਨਾਂ ਵੀ ਉਹ ਬਦਲ ਸਕਦੀ ਹੈ, ਕਿਸੇ ਰਾਜ ਦਾ ਕੋਈ ਭਾਗ ਕੱਟ ਕੇ ਦੂਜੇ ਦੇ ਵਿੱਚ ਐਡ ਕਰ ਸਕਦੀ ਹੈ। ਇੱਕ ਰਾਜ ਨੂੰ ਵੰਡ ਕੇ ਉਹ ਦੋ ਰਾਜਾਂ ਦਾ ਨਿਰਮਾਣ ਵੀ ਕਰ ਸਕਦੀ ਹੈ। ਕੇਂਦਰ ਦੀ ਅਸੀਮਿਤ ਸ਼ਕਤੀ ਸੰਵਿਧਾਨ ਦੀ ਇਕਾਤਮਕਤਾ ਵੱਲ ਝੁਕਾਅ ਹੁੰਦਾ ਹੈ। ਨੈਕਸਟ ਪੁਆਇੰਟ ਹੈ ਭਾਰਤੀ ਸੰਘ ਦਾ ਤੇਲੰਗਾਨਾ ਰਾਜ। ਭਾਵ ਕੀ ਹੈ, ਪਹਿਲਾਂ ਆਪਣੇ ਭਾਰਤ ਦੇ ਵਿੱਚ 28 ਸੀ ਰਾਜ, ਪਰ ਉਸ ਤੋਂ ਬਾਅਦ 29 ਹੋ ਗਈ। ਇਸ ਦੇ ਵਿੱਚ ਤੇਲੰਗਾਨਾ ਨੂੰ ਸ਼ਾਮਲ ਕੀਤਾ ਗਿਆ। ਸੰਵਿਧਾਨ ਦੇ ਆਰਟੀਕਲ ਦੇ ਅੰਡਰ ਰਾਸ਼ਟਰਪਤੀ ਨੇ ਆਂਧਰਾ ਰਾਜ ਦੇ ਪੁਨਰਗਠਨ ਲਈ ਅਤੇ ਤੇਲੰਗਾਨਾ ਰਾਜ ਦੀ ਸਥਾਪਨਾ ਸੰਬੰਧੀ ਇੱਕ ਬਿੱਲ ਹੈ ਜੋ ਆਂਧਰਾ ਪ੍ਰਦੇਸ਼ ਦੇ ਵਿਧਾਨ ਮੰਡਲ ਵਿੱਚ ਭੇਜਿਆ ਸੀ। ਆਂਧਰਾ ਪ੍ਰਦੇਸ਼ ਦੇ ਵਿਧਾਨ ਮੰਡਲ ਨੇ ਉਸ ਬਿੱਲ ਨੂੰ ਰੱਦ ਕਰ ਦਿੱਤਾ ਸੀ, ਪਰ ਫਿਰ ਵੀ ਆਂਧਰਾ ਪ੍ਰਦੇਸ਼ ਦੇ ਵਿਧਾਨ ਮੰਡਲਾਂ ਦੀ ਸਥਿਤੀ ਦੀ ਅਜਿਹੀ ਕਾਰਵਾਈ ਦੇ ਬਾਵਜੂਦ ਵੀ ਤੇਲੰਗਾਨਾ ਰਾਜ ਦੀ ਸਥਾਪਨਾ ਹੋ ਗਈ। ਨੈਕਸਟ ਪੁਆਇੰਟ ਹੈ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ। ਕੀ ਹੈ, ਕੁਝ ਆਰਟੀਕਲ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਪ੍ਰੈਜ਼ੀਡੈਂਟ ਹੈ ਜੋ ਐਮਰਜੈਂਸੀ ਲਾਗੂ ਕਰ ਸਕਦਾ ਹੈ, ਜਿਵੇਂ ਕਿ 352 ਦੇ ਅੰਡਰ ਯੁੱਧ ਜਾਂ ਬਾਹਰਲੇ ਹਮਲੇ ਹੋਣ ਦੀ ਸੰਭਾਵਨਾ ਹੋਵੇ ਤਾਂ ਉੱਥੇ ਪ੍ਰੈਜ਼ੀਡੈਂਟ ਐਮਰਜੈਂਸੀ ਲਾਗੂ ਹੋ ਸਕਦੀ ਹੈ। ਉਸ ਤੋਂ ਬਾਅਦ ਜੋ 356 ਹੈ ਉਸ ਦੇ ਅੰਡਰ ਰਾਜ ਸੰਵਿਧਾਨਕ ਪ੍ਰਬੰਧ ਹੈ ਜੋ ਸਫਲ ਹੋਣ ਦੀ ਸੰਭਾਵਨਾ ਹੋਵੇ ਤਾਂ ਵੀ ਉਸ ਦੇ ਵਿੱਚ ਐਮਰਜੈਂਸੀ ਰਾਜ ਹੈ ਜੋ ਲਾਗੂ ਹੋ ਸਕਦਾ ਹੈ। 360 ਦੇ ਅੰਡਰ ਵੀ ਜੇਕਰ ਦੇਸ਼ ਦੇ ਵਿੱਚ ਵਿੱਤੀ ਸੰਕਟ ਹੋਵੇ ਤਾਂ ਉਸ ਦੇ ਸੰਬੰਧੀ ਵੀ ਜੋ ਪ੍ਰੈਜ਼ੀਡੈਂਟ ਐਮਰਜੈਂਸੀ ਲਾਗੂ ਹੋ ਸਕਦਾ ਹੈ। ਨੈਕਸਟ ਪੁਆਇੰਟ ਹੈ ਰਾਜਾਂ ਦੇ ਵੱਖਰੇ ਸੰਵਿਧਾਨਾਂ ਦੀ ਅਣਹੋਂਦ। ਭਾਵ ਕੀ ਹੈ, ਸਮੁੱਚੇ ਦੇਸ਼ ਲਈ 21 ਸੰਵਿਧਾਨ ਹੈ ਜਿਸ ਦੇ ਵਿੱਚ ਕੇਂਦਰ ਅਤੇ ਰਾਜਾਂ ਦੇ ਸ਼ਾਸਨ ਦੀ ਬਣਤਰ ਹੈ ਜੋ ਅੰਕਿਤ ਕੀਤੀ ਗਈ ਹੈ। ਰਾਜਾਂ ਦੇ ਵੱਖਰੇ ਸੰਵਿਧਾਨਾਂ ਦੀ ਅਣਹੋਂਦ ਸੰਘਾਤਮਕ ਪ੍ਰਣਾਲੀ ਦੇ ਅਨੁਕੂਲ ਨਹੀਂ ਹੈ। ਅਜਿਹੀ ਸਥਿਤੀ ਦੇ ਵਿੱਚ ਕੇਂਦਰੀਕਰਨ ਦੀ ਪ੍ਰਵਿਰਤੀ ਦਾ ਵਧਣਾ ਕੀ ਹੈ, ਬਿਲਕੁਲ ਹੈ ਜੋ ਸੁਭਾਵਿਕ ਹੈ। ਇਸ ਦੇ ਪੱਖੋਂ ਦੇਸ਼ ਲਈ 21 ਸੰਵਿਧਾਨ ਹੈ, ਉਸ ਦੀ ਸੰਵਿਧਾਨ ਦੇ ਵਿੱਚ ਸੋਧ ਕਰਨ ਦੇ ਲਈ ਰਾਜ ਸਰਕਾਰਾਂ ਸੁਝਾਅ ਵੀ ਨਹੀਂ ਦੇ ਸਕਦੀਆਂ, ਅਤੇ ਇਸ ਤੋਂ ਵੱਧ ਕੇਂਦਰੀਕਰਨ ਦੀ ਹੋਰ ਕੋਈ ਆਪਾਂ ਐਗਜ਼ਾਮਪਲ ਨਹੀਂ ਲੈ ਸਕਦੇ। ਨੈਕਸਟ ਪੁਆਇੰਟ ਹੈ ਰਾਜ ਸਰਕਾਰਾਂ ਲਈ ਕੇਂਦਰ ਦਾ ਆਦੇਸ਼ ਹੈ ਜੋ ਹੁਕਮ ਹੈ ਮੰਨਣਾ ਜ਼ਰੂਰੀ।
ਭਾਵ ਕਿ ਸੰਵਿਧਾਨ ਦੇ ਆਰਟੀਕਲ ਦੇ ਅੰਡਰ ਹਰੇਕ ਰਾਜ ਨੂੰ ਆਪਣੀ ਕਾਰਜਕਾਰੀ ਸ਼ਕਤੀ ਦੀ ਵਰਤੋਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਸੰਸਦ ਦੁਆਰਾ ਬਣਾਏ ਕਾਨੂੰਨ ਦੀ ਪਾਲਣਾ ਹੋ ਸਕੇ। ਆਰਟੀਕਲ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਸੰਬੰਧੀ ਕੇਂਦਰ ਦੀ ਕਾਰਜਪਾਲਿਕਾ ਰਾਜ ਸਰਕਾਰ ਨੂੰ ਆਦੇਸ਼ ਵੀ ਜਾਰੀ ਕਰ ਸਕਦੀ ਹੈ। ਜੇਕਰ ਕੋਈ ਰਾਜ ਸਰਕਾਰ ਕੇਂਦਰ ਸਰਕਾਰ ਦੇ ਕਿਸੇ ਆਦੇਸ਼ ਨੂੰ ਲਾਗੂ ਨਹੀਂ ਕਰਦੀ ਤਾਂ ਕੇਂਦਰ ਸਰਕਾਰ ਆਰਟੀਕਲ 356 ਦੇ ਅੰਡਰ ਕਰਕੇ ਉੱਥੇ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ। ਰਾਸ਼ਟਰਪਤੀ ਦੁਆਰਾ ਰਾਜਪਾਲਾਂ ਦੀ ਨਿਯੁਕਤੀ। ਰਾਜਪਾਲ ਦੁਆਰਾ ਹੀ ਕੇਂਦਰ ਰਾਜਾਂ ਦੇ ਉੱਤੇ ਆਪਣਾ ਨਿਯੰਤਰਣ ਕਾਇਮ ਰੱਖ ਸਕਦਾ ਹੈ। ਸਧਾਰਨ ਤੌਰ 'ਤੇ ਰਾਜਪਾਲ ਹੈ ਜੋ ਇੱਕ ਸੰਵਿਧਾਨਕ ਮੁਖੀ ਦੇ ਤੌਰ 'ਤੇ ਕੰਮ ਕਰਦਾ ਹੈ, ਪਰ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਹੁੰਦੀ ਹੈ ਤਾਂ ਪ੍ਰੈਜ਼ੀਡੈਂਟ ਦੇ ਪ੍ਰਤੀਨਿਧ ਦੇ ਤੌਰ 'ਤੇ ਕੰਮ ਕਰਦਾ ਹੈ। ਰਾਜ ਦੇ ਵਿੱਚ ਸੰਵਿਧਾਨਕ ਮਸ਼ੀਨਰੀ ਦੇ ਅਸਫਲ ਹੋਣ ਦੀ ਸੂਚਨਾ ਵੀ ਉਹ ਪ੍ਰੈਜ਼ੀਡੈਂਟ ਨੂੰ ਦਿੰਦਾ ਹੈ। ਨੈਕਸਟ ਪੁਆਇੰਟ ਹੈ ਕੇਂਦਰ ਉੱਤੇ ਰਾਜਾਂ ਦੀ ਵਿੱਤੀ ਨਿਰਭਰਤਾ। ਵਿੱਤੀ ਨਿਰਭਰਤਾ ਕਿਵੇਂ ਹੈ? ਜਿਵੇਂ ਕਿ ਸੰਵਿਧਾਨ ਨੇ ਵਿੱਤੀ ਸੰਵਿਧਾਨਾਂ ਦੀ ਜੋ ਵੰਡ ਕੀਤੀ ਗਈ ਹੈ ਉਹ ਵੰਡ ਨੇ ਰਾਜਾਂ ਨੂੰ ਕੇਂਦਰ ਦੀ ਵਿੱਤੀ ਸਹਾਇਤਾ ਉੱਪਰ ਨਿਰਭਰ ਹੋਣ ਲਈ ਮਜਬੂਰ ਕੀਤਾ ਹੈ। ਜੋ ਇਸ ਦੀ ਵੰਡ ਨੇ ਆਮਦਨ ਦੇ ਮਹੱਤਵਪੂਰਨ ਸੋਮੇ ਨੇ ਉਹ ਕੇਂਦਰ ਸਰਕਾਰ ਨੂੰ ਵਧੇਰੇ ਸੌਂਪੇ ਗਏ ਨੇ, ਜਦੋਂ ਕਿ ਸਮਾਜ ਭਲਾਈ ਜਾਂ ਕਲਿਆਣਕਾਰੀ ਕੰਮ ਦੀ ਮੁੱਖ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੁੰਦੀ ਹੈ। ਰਾਜਾਂ ਦੇ ਵਿੱਤੀ ਸਾਧਨ ਹੁੰਦੇ ਨੇ ਜੋ ਬਹੁਤ ਘੱਟ ਹੁੰਦੇ ਨੇ, ਸੀਮਿਤ ਹੁੰਦੇ ਨੇ। ਉਹਨਾਂ ਸਾਧਨਾਂ ਦੀ ਆਮਦਨ ਤੋਂ ਰਾਜਾਂ ਲਈ ਆਪਣੀ ਲੋੜਾਂ ਦੀ ਪੂਰਤੀ ਕਰਨੀ ਅਸੰਭਵ ਹੁੰਦੀ ਹੈ। ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਜੋ ਵੀ ਸਹਾਇਤਾ ਦਿੰਦੀ ਹੈ ਉਹਨਾਂ ਨੂੰ ਖਰਚ ਕਰਨ ਲਈ ਰੂਪ ਰੇਖਾ ਵੀ ਕੇਂਦਰ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਨੈਕਸਟ ਪੁਆਇੰਟ ਹੈ ਇੱਕ ਚੋਣ ਕਮਿਸ਼ਨ। ਸਾਰੇ ਭਾਰਤ ਲਈ ਇੱਕ ਹੀ ਚੋਣ ਕਮਿਸ਼ਨ ਹੁੰਦਾ ਹੈ। ਇਹੀ ਸੰਘ ਅਤੇ ਇਕਾਈਆਂ ਲਈ ਚੋਣਾਂ ਦੀ ਵਿਵਸਥਾ ਕਰਦਾ ਹੈ। ਵਿੱਤ ਕਮਿਸ਼ਨ ਦੀ ਨਿਯੁਕਤੀ। ਵਿੱਤ ਕਮਿਸ਼ਨ ਦੀ ਨਿਯੁਕਤੀ ਹੁੰਦੀ ਹੈ ਉਹ ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈ। ਇਹ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਜੋ ਵੀ ਵਿੱਤੀ ਸੰਬੰਧ ਹੁੰਦੇ ਨੇ ਉਹਨਾਂ ਦੀ ਰਿਪੋਰਟ ਉਹ ਪ੍ਰੈਜ਼ੀਡੈਂਟ ਨੂੰ ਦਿੰਦਾ ਹੈ। ਕੇਂਦਰੀ ਸਰਕਾਰ ਵਿੱਤੀ ਇਕਾਈਆਂ ਦੀ ਸਿਫਾਰਸ਼ਾਂ ਨੂੰ ਮੰਨਣ ਦੇ ਲਈ ਸੁਤੰਤਰ ਹੁੰਦਾ ਹੈ। ਥੈਂਕ ਯੂ।